हाँ जी, सत श्री अकाल प्यारे साथियों। अज की क्लास दे विच तुहाडा सब दा बहुत बहुत स्वागत आ। पोलीटिकल दा काफ़ी सिलेबस जिहड़ा आपां कवर कर चुके हैं। ठीक है, बहुत ही सोहणे तरीके दे नाल आर्टिकल चल रहे आ ते मैं जिहड़ियां पिछलियां 4 ਤੋਂ 5 क्लासां लाइयां मैं दसना भुल गई भी मास्टर कैडर वाले भी ये क्लास नूं देख सकते हैं। सफिशेंट आ उन्हां वास्ते भी ये क्लास, ठीक है, क्योंकि सारे आर्टिकल पूरा कॉन्स्टिट्यूशन ही जिहड़ा वा मैं डिटेल दे नाल करवा रही हाँ। ठीक है, भाग पहला जिहड़ा कि आपां डिटेल दे नाल कर चुके 1 ਤੋਂ 4 आर्टिकल कवर करदा जिहदे विच आपां ਭਾਰਤੀ ਸੰਘ ਤੇ ਉਹਦੇ ਖੇਤਰ ਕੀਤੇ ਸੀ। ਠੀਕ ਆ, ਉਸ ਤੋਂ ਬਾਅਦ ਭਾਗ ਦੂਜੇ ਦੇ ਵਿੱਚ ਆਪਾਂ ਭਾਰਤੀ ਨਾਗਰਿਕਤਾ ਕੀਤੀ ਸੀ। ਠੀਕ ਆ, 5 ਤੋਂ 11 ਤੱਕ। ਉਸ ਤੋਂ ਬਾਅਦ ਭਾਗ ਤੀਜਾ ਵੀ ਆਪਾਂ ਕਰ ਲਿਆ ਜਿਹਦੇ ਵਿੱਚ ਸਾਡੇ ਮੌਲਿਕ ਅਧਿਕਾਰ ਆਉਂਦੇ ਆ ਆਰਟੀਕਲ 12 ਤੋਂ 35 ਤੱਕ। ਤੇ ਹੁਣ ਆਪਾਂ ਮੂਵ ਕਰ ਚੁੱਕੇ ਆ ਭਾਗ ਚੌਥੇ ਤੇ यानी कि 36 ਤੋਂ 51 तक। 12 ਤੋਂ 35 तक अपने की खत्म होए, मौलिक अधिकार खत्म होए ते भाग चौथे ਵਿੱਚ 36 ਤੋਂ 51 तक अपने की आ गए राज दी नीति दे निर्देशक सिद्धांत। ये वेरी इंपॉर्टेंट आ, बहुत ही इंपॉर्टेंट टॉपिक आ, बहुत ही ज्यादा इंपॉर्टेंट टॉपिक आ। अज तक सानू भाग चौथे दे विचों क्वेश्चन जिहड़े आ आउंदे आ जां सानू इदां पुछया जांदा वा भाग चौथा जिहड़ा वा किन्ने आर्टिकल कवर करदा वा 36 ਤੋਂ 51 तक। पर गल आउंदी आ भी असीं हुण क्योंकि तुहानूं पता भी कंपीटीशन बड़ा हार्ड हो चुका है ना, ते पेपर SST दा पोर्शन जिहड़ा वा सानूं काफ़ी औखा आउंदा। चाहे मास्टर कैडर हो गया, चाहे साडा की हो गया PS टैट हो गया, चाहे C टैट हो गया, कुछ भी जिन्ना पेपरां दे विच SST आउंदी है। ठीक है, ये टॉपिक सारे ही पेपरां वास्ते जिहड़ा बहुत ही ज़्यादा इंपॉर्टेंट आ। ठीक है, इहनूं आपां डिटेल दे नाल कवर करना भी आखिर है कि ਜਿਹੜੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਆ। ਪਹਿਲੀ ਗੱਲ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ ਵੀ ਇਹ ਕਿਹੜੇ ਦੇਸ਼ ਤੋਂ ਲਏ ਗਏ ਆ। ਠੀਕ ਆ, ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਇਹ ਕਿੱਥੋਂ ਲਏ ਗਏ ਆ, ਆਇਰਲੈਂਡ ਤੋਂ। ਠੀਕ ਆ, ਕਿਹੜੇ ਦੇਸ਼ ਤੋਂ ਕਾਪੀ ਕੀਤੇ ਗਏ ਆ, ਆਇਰਲੈਂਡ ਤੋਂ। ਇਹ ਵੀ ਪੁਆਇੰਟ ਜਿਹੜਾ ਵਾ ਤੁਸੀਂ ਜ਼ਰੂਰ ਯਾਦ ਰੱਖਣਾ ਵਾ। ਠੀਕ ਆ, ਆਇਰਲੈਂਡ ਤੋਂ ਕਾਪੀ ਕੀਤੇ ਗਏ। ਇਹ ਜਿਹੜੇ 2-3 ਪੁਆਇੰਟ ਇਹ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਭਾਗ ਦੇ ਵਿੱਚ ਆਉਂਦੇ ਆ, ਚੌਥੇ ਭਾਗ ਦੇ ਵਿੱਚ ਆਉਂਦੇ ਆ। ਕਿੰਨੇ ਆਰਟੀਕਲ ਤੋਂ ਲੈ ਕੇ 36 ਤੋਂ ਲੈ ਕੇ 51 ਤੱਕ। ਠੀਕ ਆ, ਤੇ ਕਿਹੜੇ ਦੇਸ਼ ਤੋਂ ਲਏ ਗਏ ਆ, ਆਇਰਲੈਂਡ ਤੋਂ ਲਏ ਗਏ ਆ। ਅਗਲਾ ਪੁਆਇੰਟ ਸਾਡਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਸਾਨੂੰ ਕੁਐਸਚਨ ਆ ਸਕਦਾ ਵਾ ਵੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਗੀਕਰਨ ਕਿੰਨੇ ਤਰੀਕਿਆਂ ਨਾਲ ਕੀਤਾ ਜਾਂਦਾ ਵਾ। ਜਿਹੜੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਆ ਉਹਨਾਂ ਦਾ ਵਰਗੀਕਰਨ ਜਿਹੜਾ ਵਾ 4 ਤਰੀਕਿਆਂ ਨਾਲ ਕੀਤਾ ਜਾਂਦਾ ਵਾ। ਕਿੰਨੇ ਤਰ੍ਹਾਂ ਨਾਲ ਕੀਤਾ ਜਾਂਦਾ ਵਾ, 4 ਤਰ੍ਹਾਂ ਨਾਲ ਕੀਤਾ ਜਾਂਦਾ ਵਾ। ਠੀਕ ਹੈ, 4 ਤਰ੍ਹਾਂ ਦੇ ਨਾਲ। ਦੇਖੋ ਕਿੱਦਾਂ। ਸਭ ਤੋਂ ਪਹਿਲਾਂ ਆਉਂਦਾ ਵਾ ਪਹਿਲਾ ਸਧਾਰਨ ਸਿਧਾਂਤ, ਸਮਾਜਵਾਦੀ ਸਿਧਾਂਤ, ਗਾਂਧੀਵਾਦੀ ਸਿਧਾਂਤ, ਅੰਤਰਰਾਸ਼ਟਰੀਵਾਦੀ ਸਿਧਾਂਤ। ਠੀਕ ਹੈ, 4 ਤਰ੍ਹਾਂ ਦੇ ਸਾਡੇ ਕੋਲ ਨਿਰਦੇਸ਼ਕ ਸਿਧਾਂਤ ਆ। ਠੀਕ ਹੈ, ਸਧਾਰਨ ਸਿਧਾਂਤ, ਸਮਾਜਵਾਦੀ ਸਿਧਾਂਤ, ਗਾਂਧੀਵਾਦੀ ਸਿਧਾਂਤ ਤੇ ਅੰਤਰਰਾਸ਼ਟਰੀਵਾਦੀ ਸਿਧਾਂਤ। ਠੀਕ ਹੈ, ਹੁਣ ਕਨਫਿਊਜ਼ਨ ਇਹ ਆਉਂਦੀ ਆ ਹੁਣ ਤੱਕ ਜਿਹੜੇ ਮੈਂ ਤੁਹਾਨੂੰ ਆਰਟੀਕਲ ਕਰਵਾਏ ਸੀਰੀਅਲ ਵਾਈਜ਼ ਕਰਵਾਏ 1 ਤੋਂ 4 ਭਾਗ ਪਹਿਲਾ, ਫਿਰ 5 ਤੋਂ 11 ਭਾਗ ਦੂਜਾ, ਫਿਰ 12 ਤੋਂ 35 ਮੌਲਿਕ ਅਧਿਕਾਰ। ਪਰ ਥੋੜਾ ਜਿਹਾ ਕੰਪਲਿਕੇਟਡ ਬਣ ਜਾਂਦਾ ਵਾ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਕਿਉਂਕਿ ਇਹਨਾਂ ਨੂੰ 4 ਤਰ੍ਹਾਂ ਕੈਟੇਗਰਾਈਜ਼ ਕੀਤਾ ਗਿਆ ਵਾ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਸਧਾਰਨ ਸਿਧਾਂਤ ਆ, ਸਮਾਜਵਾਦੀ ਸਿਧਾਂਤ ਆ, ਗਾਂਧੀਵਾਦੀ ਸਿਧਾਂਤ ਆ, ਅੰਤਰਰਾਸ਼ਟਰੀਵਾਦੀ ਸਿਧਾਂਤ ਆ। ਹੁਣ ਗੱਲ ਆਉਂਦੀ ਆ ਵੀ ਇਹ ਹੁਣ ਕੋਈ 36 ਤੋਂ 51 ਤੱਕ ਜਿੰਨੇ ਆਰਟੀਕਲ ਆ ਇਹਨਾਂ ਵਿੱਚੋਂ ਕੁਝ ਆਰਟੀਕਲ ਸਧਾਰਨ ਸਿਧਾਂਤ ਦਾ ਹਿੱਸਾ ਵਾ, ਕੁਝ ਆਰਟੀਕਲ ਸਮਾਜਵਾਦੀ ਸਿਧਾਂਤ ਦਾ ਹਿੱਸਾ ਵਾ, ਕੁਝ ਆਰਟੀਕਲ ਗਾਂਧੀਵਾਦੀ ਸਿਧਾਂਤ ਦਾ ਹਿੱਸਾ ਵਾ ਤੇ ਕੁਝ ਆਰਟੀਕਲ ਅੰਤਰਰਾਸ਼ਟਰੀਵਾਦੀ ਸਿਧਾਂਤ ਦਾ ਹਿੱਸਾ ਵਾ। ਸੋ ਇਸੇ ਹੀ ਕਰਕੇ ਇਹ ਟੌਪਿਕ ਜਿਹੜਾ ਵਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ। ਸੋ ਸਭ ਤੋਂ ਪਹਿਲਾਂ ਤੇ ਆਪਣੇ ਲਈ ਇਹ ਜਿਹੜਾ ਵਾ ਦਿਮਾਗ 'ਚ ਬਿਠਾਉਣਾ ਜ਼ਰੂਰੀ ਹੈ। ਜਿਹੜਾ ਕੰਪਲਿਕੇਟਡ ਇਹਦੇ ਕਿਹੜੇ ਪੁਆਇੰਟ ਕਰਦੇ, ਉਹੀ ਪੁਆਇੰਟ ਜਿਹੜੇ ਮੈਂ ਪਹਿਲਾਂ ਲਿਖੇ ਹੋਏ ਆ। ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਵੀ ਕਿਹੜਾ ਸਿਧਾਂਤ 4 ਤਰ੍ਹਾਂ ਦੇ ਸਿਧਾਂਤ ਆ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਅੱਗੋਂ 4 ਤਰ੍ਹਾਂ ਦੇ ਜਿਹੜਾ ਵਾ ਆ ਜਾਂਦੇ ਆਪਣੇ ਆਹ। ਠੀਕ ਹੈ, ਇਹਨਾਂ ਦਾ ਵਰਗੀਕਰਨ ਆ ਜਾਂਦਾ ਵਾ
ਤੇ ਇਹਨਾਂ ਨੂੰ ਆਪਾਂ ਡਿਟੇਲ ਦੇ ਨਾਲ ਪੜ੍ਹਨਾ ਵਾ। ਡਿਟੇਲ ਨਾਲ ਪੜ੍ਹਨ ਤੋਂ ਪਹਿਲਾਂ ਆਪਾਂ ਦੇਖਣਾ ਵਾ ਵੀ ਗਾਂਧੀਵਾਦੀ ਸਿਧਾਂਤ ਕਿੰਨੇ ਆਰਟੀਕਲ ਤੇ ਕਿਹੜੇ-ਕਿਹੜੇ ਕਵਰ ਕਰਦਾ ਵਾ, ਸਮਾਜਵਾਦੀ ਸਿਧਾਂਤ ਕਿਹੜੇ-ਕਿਹੜੇ ਆਰਟੀਕਲ ਕਿੰਨੇ ਕਵਰ ਕਰਦਾ ਵਾ, ਤੇ ਸਧਾਰਨ ਸਿਧਾਂਤ ਕਿੰਨੇ ਆਰਟੀਕਲ ਕਵਰ ਕਰਦਾ। ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਗਿਣਤੀ ਲਿਖ ਲੈਨੇ ਆ 1 2 3 4 5 6 7 ਯਾਨੀ ਕਿ 7 ਤਰ੍ਹਾਂ ਦੇ ਆਰਟੀਕਲ ਕੌਣ ਕਵਰ ਕਰਦਾ ਵਾ, ਸਧਾਰਨ ਸਿਧਾਂਤ ਕਵਰ ਕਰਦਾ ਵਾ। ਸਮਾਜਵਾਦੀ ਸਿਧਾਂਤ ਤੇ ਆਪਾਂ ਗਿਣ ਲੈਨੇ ਆ 1 2 3 4 5 6 7 8 9 10 ਠੀਕ ਹੈ। 10 ਤਰ੍ਹਾਂ ਦੇ ਆਰਟੀਕਲ ਕੌਣ ਕਵਰ ਕਰਦਾ ਵਾ, ਸਮਾਜਵਾਦੀ ਸਿਧਾਂਤ। ਹੋ ਸਕਦਾ ਸਾਨੂੰ, ਕਿਉਂਕਿ ਮੈਂ ਇਦਾਂ ਤਾਂ ਕਰਵਾ ਰਹੀ ਹਾਂ, ਹੋ ਸਕਦਾ ਸਾਨੂੰ ਇਸ ਤਰੀਕੇ ਦੇ ਨਾਲ ਕੁਐਸਚਨ ਆ ਜਾਏ ਵੀ ਸਮਾਜਵਾਦੀ ਸਿਧਾਂਤ ਦੇ ਵਿੱਚ ਕਿੰਨੇ ਆਰਟੀਕਲ ਆ ਤੇ ਸਧਾਰਨ ਸਿਧਾਂਤ ਦੇ ਵਿੱਚ ਕਿੰਨੇ ਆ। ਗਾਂਧੀਵਾਦੀ ਸਿਧਾਂਤ ਦੇ ਵਿੱਚ ਥੋੜੇ ਆ, ਬਸ 2 ਹੀ ਆ, ਤੇ ਇਹਦੇ ਵਿੱਚ ਸਿਰਫ ਇੱਕ ਹੀ ਆ, ਲਾਸਟ ਵਾਲਾ 51 ਵਾਲਾ ਅੰਤਰਰਾਸ਼ਟਰਵਾਦੀ ਸਿਧਾਂਤ। ਠੀਕ ਆ, ਹੁਣ ਆਪਾਂ ਇਹਨਾਂ ਨੂੰ ਲਰਨ ਕਰਨਾ ਵਾ, ਦਿਮਾਗ ਦੇ ਵਿੱਚ ਕਿਵੇਂ ਬਿਠਾਉਣੇ ਆ। ਹੁਣ ਇਹ ਯਾਦ ਕਿੱਦਾਂ ਰਹੂਗਾ ਮੈਂ ਦੱਸਦੀ ਆ ਇਹਨਾਂ ਨੂੰ, ਤੁਸੀਂ ਵਾਰੀ-ਵਾਰੀ ਪੜ੍ਹਨਾ। ਇੱਕ ਵਾਰੀ ਤੇ ਮੇਰੇ ਨਾਲ ਕਲਾਸ 'ਚ ਪੜ੍ਹ ਲਓ, ਉਸ ਤੋਂ ਬਾਅਦ ਤੁਸੀਂ ਦੁਬਾਰੇ ਫੇਰ ਕਲਾਸ ਦੇਖ ਲਿਓ, ਤੇ ਜੇ ਤੁਸੀਂ ਨਾਲ ਦੀ ਨਾਲ ਨੋਟਸ ਬਣਾ ਰਹੇ ਫਿਰ ਤੇ ਬਹੁਤ ਹੀ ਵਧੀਆ ਗੱਲ। ਸਧਾਰਨ ਸਿਧਾਂਤ ਦੀ ਜਿਹੜੀ ਕੈਟਾਗਰੀ ਆ, ਇਹਦੇ ਵਿੱਚ ਆਉਂਦੇ ਆ ਆਰਟੀਕਲ 36 37 44 48 48 A 49 ਤੇ 50। ਬਾਰੀ-ਬਾਰੀ ਪੜ੍ਹ ਲਓ। 36 ਤੇ 37 ਦੋ ਜੋੜੇ ਬਣ ਗਏ, 44 ਤੇ 48 4 ਕਿਤੇ ਡਿਵਾਈਡ ਹੁੰਦਾ ਵਾ, 8 ਤੇ ਡਿਵਾਈਡ ਹੁੰਦਾ ਵਾ। 44 48 ਚੇਤੇ ਰਹਿ ਗਿਆ। 48 A ਦੇ ਵਿੱਚ ਆਊਗਾ, ਜੇ 48 ਇਹਦੇ ਵਿੱਚ ਆਉਂਦਾ ਤੇ 48 A ਵੀ ਇਹਦੇ ਨਾਲ ਆਊਗਾ, ਇਹ ਵੀ ਯਾਦ ਰਹਿਣਾ। 49 ਤੇ 50 ਸਮਝ ਲੱਗੀ ਨਾ। ਮੈਂ ਬੜੀ ਵਾਰੀ ਦੱਸ ਚੁੱਕੀ ਆ ਵੀ ਮੈਂ ਆਪਣੇ ਚੈਨਲ ਤੇ ਮੈਂ ਤੁਹਾਨੂੰ ਪੜਾਉਣ ਦੇ ਨਾਲ ਨਾਲ ਤਰੀਕਾ ਵੀ ਦੱਸਦੀ ਆ। ਯਾਦ ਕਿੱਦਾਂ ਰੱਖਣਾ, 36 ਤੇ 37 ਸੀਰੀਅਲ ਵਾਈਜ਼ ਆ ਗਏ, 44 ਤੇ 48 ਠੀਕ ਹੈ। 44 ਹੁਣ ਇਹ ਸੀਰੀਅਲ ਵਾਈਜ਼ ਨਹੀਂ ਆ ਰਹੇ, ਪਰ ਇਹਨਾਂ ਨੂੰ ਆਪਾਂ ਯਾਦ ਕਿੱਦਾਂ ਰੱਖਣਾ ਵਾ। 4 ਕਿਹਦੇ ਤੇ ਡਿਵਾਈਡ ਹੁੰਦਾ ਵਾ, 8 ਤੇ ਡਿਵਾਈਡ ਹੁੰਦਾ ਵਾ। 44 ਤੇ 48 ਹੋ ਗਿਆ ਨਾ ਯਾਦ। ਤੇ ਜੇ 48 ਇੱਥੇ ਆ ਤੇ 48 A ਕਿਸੇ ਸੋਧ ਦੇ ਨਾਲ ਆਇਆ ਹੋਊਗਾ ਤੇ ਉਹ ਵੀ ਇਹਦੇ ਨਾਲ ਹੀ ਆਊਗਾ। ਠੀਕ ਆ, 49 ਤੇ 50 ਯਾਦ ਹੋ ਗਏ ਨਾ। ਇੱਧਰ ਦੇਖੋ 36 37 44 48 48 A 49 50 ਇਹ ਆਰਟੀਕਲ ਕਿਹੜੇ ਕਿਹਦੇ ਵਿੱਚ ਆਏ, ਸਧਾਰਨ ਸਿਧਾਂਤ ਦੇ ਵਿੱਚ। ਹੋ ਗਿਆ ਨਾ ਯਾਦ। ਮੈਂ ਤਰੀਕਾ ਵੀ ਦੱਸੂਗੀ ਨਾਲ ਦੀ ਨਾਲ ਤੁਹਾਨੂੰ। ਠੀਕ ਆ, ਇੱਧਰ ਦੇਖੋ ਸਮਾਜਵਾਦੀ ਸਿਧਾਂਤ। ਤੁਸੀਂ ਕਰਨਾ ਕੀ ਆ ਵੀ ਤੁਸੀਂ ਸਿਰਫ ਆਹ ਵਾਲੇ ਦੋ ਸਧਾਰਨ ਸਿਧਾਂਤ ਤੇ ਸਮਾਜਵਾਦੀ ਸਿਧਾਂਤ ਦੇ ਆਰਟੀਕਲ ਯਾਦ ਰੱਖ ਲਓ, ਤੇ ਗਾਂਧੀਵਾਦ ਦੇ 2 ਹੀ ਆ ਤੇ ਅੰਤਰਰਾਸ਼ਟਰੀ ਦਾ ਇੱਕੋ ਹੀ ਆ। ਇਹ ਤੁਹਾਨੂੰ ਆਟੋਮੈਟਿਕਲੀ ਯਾਦ ਰਹਿਣੇ ਵੀ ਜਿਹੜੇ 3 ਇਹਦੇ ਵਿੱਚ ਨਹੀਂ ਆਉਂਦੇ ਉਹ ਦੂਜਿਆਂ ਦੇ ਵਿੱਚ ਆ। ਕਲੀਅਰ। ਇੱਧਰ ਦੇਖੋ ਹੁਣ ਸਮਾਜਵਾਦੀ ਸਿਧਾਂਤ ਦੇ ਵਿੱਚ 38 ਆ ਗਿਆ, 38 B ਆ ਗਿਆ, 39 ਆ ਗਿਆ, 39 A ਆ ਗਿਆ। ਇੱਧਰ ਵੇਖੋ, ਦੇਖੋ 48 ਆ ਗਿਆ, ਤੇ ਜੇ A B C ਕੁਛ ਵੀ ਲੱਗਾ, ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸੇ ਆਰਟੀਕਲ ਦੇ ਨਾਲ A B C D ਕਰਕੇ ਕੁਛ ਵੀ ਆਉਂਦਾ ਵਾ ਤੇ ਉਹ ਕਿਸੇ ਸੋਧ ਦੇ ਨਾਲ ਆਇਆ ਹੁੰਦਾ, ਤੇ ਇਹਦਾ ਮਤਲਬ ਕਿ 38 B ਵੀ ਇਹਦੇ ਨਾਲ ਹੀ ਆਊਗਾ। ਜੇ 38 ਸਧਾਰਨ ਸਿਧਾਂਤਾਂ ਦੇ ਵਿੱਚ ਨਹੀਂ ਹੈਗਾ ਤੇ 38 ਕਿਹਦਾ ਹਿੱਸਾ ਹੋਊਗਾ, ਸਮਾਜਵਾਦੀ ਸਿਧਾਂਤ ਦਾ ਹਿੱਸਾ ਹੋਊਗਾ। ਤੇ 38 B ਕਿਹਦੇ ਨਾਲ ਆਉਣਾ ਵਾ, 38 ਆਰਟੀਕਲ ਦੇ ਨਾਲ ਹੀ ਆਉਣਾ ਵਾ ਸਮਾਜਵਾਦੀ ਸਿਧਾਂਤ ਦੇ ਵਿੱਚ। 39 A ਜੇ 39 ਆ ਤੇ 39 A ਸੋਧ ਦੇ ਨਾਲ ਆਇਆ, ਇਹ ਵੀ ਇਹਦੇ ਨਾਲ ਹੀ ਆਊਗਾ। 38 39 ਠੀਕ ਹੈ, ਸੀਰੀਅਲ ਵਾਈਜ਼ ਆ ਗਿਆ, ਤੇ ਜਿਹੜੇ ਸੋਧਾਂ ਰਾਹੀਂ ਆਏ B ਤੇ A 39 38 B ਤੇ 39 A ਇਹ ਵੀ ਇਹਦੇ ਨਾਲ ਹੀ ਆਉਣਗੇ। 41 42 ਸੀਰੀਅਲ ਵਾਈਜ਼ ਆ ਗਏ। 43 43 A 43 43 A ਜੇ 43 41 42 ਤੇ 43 ਫੇਰ ਸੀਰੀਅਲ ਵਾਈਜ਼ ਆ ਗਏ, ਤੇ 43 A ਵੀ ਫਿਰ ਕਿਹਦੇ ਨਾਲ ਆਇਆ ਹੋਊਗਾ, ਸੋਧ ਦੇ ਨਾਲ ਆਇਆ ਹੋਊਗਾ, ਕਿਉਂਕਿ ਜੇ A B C ਲੱਗਾ ਇਹਦਾ ਮਤਲਬ ਕੋਈ ਨਾ ਕੋਈ ਅਮੈਂਡਮੈਂਟ ਹੋਈ। ਠੀਕ ਆ, 45 ਤੇ 47 ਠੀਕ ਆ। ਅੱਛਾ ਵੀ 46 ਕਿੱਧਰ ਗਿਆ, ਅੱਛਾ 46 ਨਹੀਂ ਹੋਊਗਾ, 1 ਮਿੰਟ ਮੈਂ ਚੈੱਕ ਕਰ ਲਾਂ। ਆਰਟੀਕਲ ਇੱਥੇ ਦਿੱਤਾ ਨਹੀਂ ਹੋਇਆ, ਕੋਈ ਗੱਲ ਨਹੀਂ, ਉਹਨੂੰ ਆਪਾਂ ਨਾ 1 ਮਿੰਟ ਲਈ ਆਪਾਂ ਰੱਖ ਲੈਂਦੇ ਆ ਸਾਈਡ ਤੇ, ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਦੇਖ ਲਾਂਗੇ ਇਹਦੇ ਬਾਰੇ ਆਪਾਂ। ਠੀਕ ਹੈ, ਚਲੋ ਠੀਕ ਹੈ। 45 ਤੇ 47 38 38 B 39 39 A 41 42 43 43 A 45 ਤੇ 47 ਇਹ ਕਿਹਦਾ ਹਿੱਸਾ ਨੇ, ਸਮਾਜਵਾਦੀ ਸਿਧਾਂਤ ਦਾ। ਮੈਂ ਤੁਹਾਨੂੰ ਕਹਿ ਰਹੀ ਹਾਂ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਹੋ ਸਕਦਾ ਸਾਨੂੰ ਇਹਨਾਂ ਆਰਟੀਕਲਾਂ ਦੇ ਥੱਲੇ ਗਰੁੱਪ ਦੇ ਦੇਣ ਤੇ ਉੱਪਰ ਲਿਖ ਦੇਣ ਵੀ ਇਹਨਾਂ ਵਿੱਚੋਂ ਕਿਹੜੇ ਆਰਟੀਕਲ ਜਿਹੜੇ ਆ ਸਮਾਜਵਾਦੀ ਸਿਧਾਂਤ ਦਾ ਹਿੱਸਾ ਨੇ। ਹੋ ਸਕਦਾ ਸਾਨੂੰ ਉਹਨਾਂ ਗਰੁੱਪਾਂ ਦੇ ਵਿੱਚ ਸਾਨੂੰ ਜਾਂ ਸੀਕੁਐਂਸ ਹੀ ਅਰੇਂਜ ਕਰਨਾ ਆ ਜੇ ਕਿਸੇ ਤਰੀਕੇ ਦੇ ਨਾਲ। ਠੀਕ ਆ, ਇਹ ਹੋ ਗਏ ਸਾਡੇ 2 ਸਧਾਰਨ ਸਿਧਾਂਤ ਤੇ ਸਮਾਜਵਾਦੀ ਸਿਧਾਂਤ। ਅੱਗੇ ਸਾਡੇ ਆ ਜਾਂਦੇ ਆ ਗਾਂਧੀਵਾਦੀ ਸਿਧਾਂਤ। ਜਿਹੜੇ ਗਾਂਧੀਵਾਦੀ ਸਿਧਾਂਤ ਆ ਇਹ ਆਉਂਦਾ ਵਾ 40 ਤੇ
43 40 ਤੇ 43 40 ਤੇ 43 ਗਾਂਧੀਵਾਦੀ ਸਿਧਾਂਤ। ਠੀਕ ਆ, ਅੰਤਰਰਾਸ਼ਟਰੀਵਾਦੀ ਸਿਧਾਂਤ ਦੇ ਵਿੱਚ ਇੱਕੋ ਹੀ ਆਉਂਦਾ ਵਾ ਆਰਟੀਕਲ 51। ਹੁਣ ਆਪਾਂ ਇਹਨਾਂ ਨੂੰ ਪੜਨ ਜਾ ਰਹੇ ਅੱਗੇ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਧਾਰਨ ਸਿਧਾਂਤ ਜਿਹੜੇ ਆ ਇਹ ਸਾਨੂੰ ਕੀ ਕਹਿੰਦੇ ਆ। ਸਾਡੇ ਸੰਵਿਧਾਨ ਦੇ ਵਿੱਚ ਸਧਾਰਨ ਸਿਧਾਂਤ ਜਿਹੜੇ ਆ ਇਹ ਸਾਨੂੰ ਕੀ ਕਹਿੰਦੇ ਆ। ਜਿਹੜੇ ਸਧਾਰਨ ਸਿਧਾਂਤ ਆ, ਠੀਕ ਆ, ਇਹਦੇ ਵਿੱਚ ਆਪਾਂ ਕਿਹੜੇ ਆਰਟੀਕਲ ਪੜ੍ਹੇ? 36 37 44 48 48 49 ਤੇ 50। ਠੀਕ ਆ, ਆਰਟੀਕਲ ਸਾਨੂੰ ਯਾਦ ਹੋ ਗਏ ਸੀ ਕਿਹਦਾ ਹਿੱਸਾ ਸੀ? ਸਧਾਰਨ ਸਿਧਾਂਤਾਂ ਦਾ। ਠੀਕ ਆ, ਹੁਣ ਆਪਾਂ ਇਹਨਾਂ ਨੂੰ ਪੜਾਂਗੇ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਆਰਟੀਕਲ 36 ਕੀ ਕਹਿੰਦਾ। ਆਰਟੀਕਲ 36 ਕਹਿੰਦਾ ਇਸ ਵਿੱਚ ਰਾਜ ਦੇ ਅਰਥ ਦਿੱਤੇ ਗਏ ਹਨ, ਯਾਨੀ ਕਿ ਸਟੇਟਾਂ ਦੇ ਬਾਰੇ। ਜੇ ਸਾਨੂੰ ਇਹਦੇ ਵਿੱਚ ਜ਼ਿਆਦਾ ਕੁਐਸਚਨ ਡਿਟੇਲ ਦੇ ਵਿੱਚ ਨਹੀਂ ਆਉਣਾ, ਬਸ ਇੰਨਾ ਯਾਦ ਰੱਖਣਾ ਕਿ ਆਰਟੀਕਲ 36 ਕੀ ਆ? ਇਹ ਸਟੇਟ ਦੇ ਬਾਰੇ, ਭਾਰਤ ਦੀਆਂ ਜਿੰਨੀਆਂ ਵੀ ਸਟੇਟ ਆ ਉਹਨਾਂ ਦੇ ਬਾਰੇ ਵਿੱਚ ਆ। ਠੀਕ ਆ, ਕਿਉਂਕਿ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਹੈਗੇ ਕਿਹਦੇ ਬਾਰੇ ਆ? ਸਟੇਟ ਦੇ ਬਾਰੇ ਸਿਧਾਂਤ ਆ, ਸਟੇਟਾਂ ਦੇ ਬਾਰੇ। ਤੇ ਪਹਿਲਾ ਹੀ ਆਰਟੀਕਲ ਆ 36 ਤੇ ਕਿਹਦੇ ਅਰਥ ਦੱਸੇ ਹੋਣਗੇ? ਰਾਜ ਦੇ ਅਰਥ ਦਿੱਤੇ ਗਏ ਹੋਣਗੇ, ਸਟੇਟ ਦੇ ਅਰਥ ਦਿੱਤੇ ਗਏ ਹੋਣਗੇ, ਸਟੇਟ ਦੇ ਬਾਰੇ ਹੋਊਗਾ। ਆਰਟੀਕਲ 37 ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ, ਇਹ ਗੈਰ ਨਿਆਂਯੋਗ ਆ ਜਿਹੜੇ ਨਿਰਦੇਸ਼ਕ ਸਿਧਾਂਤ ਆ। ਫੋਰ ਐਗਜ਼ਾਮਪਲ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ, ਸਾਨੂੰ ਕਿਸੇ ਅਧਿਕਾਰ ਤੋਂ ਵਾਂਝਿਆ ਰੱਖਿਆ ਜਾਂਦਾ ਵਾ ਤੇ ਅਸੀਂ ਉਹਦੇ ਲਈ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹਾਂ। ਠੀਕ ਆ, ਰਿਟ ਪਾ ਸਕਦੇ ਹਾਂ। ਪਰ ਨਿਰਦੇਸ਼ਕ ਸਿਧਾਂਤਾਂ ਦੇ ਸੰਬੰਧੀ ਅਸੀਂ ਕੋਈ ਰਿਟ ਨਹੀਂ ਪਾ ਸਕਦੇ, ਅਸੀਂ ਕੋਈ ਅਪੀਲ ਨਹੀਂ ਕਰ ਸਕਦੇ। ਇਸੇ ਕਰਕੇ ਹੀ ਤਾਂ ਇਹ ਨਿਆਂਯੋਗ ਨਹੀਂ ਹੈਗੇ, ਗੈਰ ਨਿਆਂਯੋਗ ਆ। ਇਹ ਆਰਟੀਕਲ ਕਿਹੜਾ ਕਹਿੰਦਾ ਵਾ? ਆਰਟੀਕਲ 37 ਕਹਿੰਦਾ। ਠੀਕ ਹੈ, ਹੁਣ ਕੁਐਸਚਨ ਕਿਵੇਂ ਆ? ਕੁਐਸਚਨ ਬੜਾ ਇੰਪੋਰਟੈਂਟ ਬਣਦਾ ਤੇ ਬਣਦਾ ਵੀ ਬੜਾ ਸੋਹਣਾ। ਦੇਖੋ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਗੈਰ ਨਿਆਂਯੋਗ ਹਨ, ਇਹ ਕਿਹੜਾ ਆਰਟੀਕਲ ਕਹਿੰਦਾ ਵਾ? ਆਰਟੀਕਲ 37। ਅੱਗੇ ਆ ਗਿਆ 44 ਯੂਨੀਫਾਰਮ ਸਿਵਲ ਕੋਡ। ਹੁਣ ਬਹੁਤ ਸਾਰੇ ਬੱਚਿਆਂ ਨੂੰ ਯੂਨੀਫਾਰਮ ਸਿਵਲ ਕੋਡ ਦਾ ਨਹੀਂ ਪਤਾ ਹੁੰਦਾ। ਭਾਰਤ ਦੀਆਂ ਉਹ ਸਟੇਟ ਜਿਨ੍ਹਾਂ ਵਿੱਚ ਕਹਿ ਲਓ ਵੀ ਉਹਨਾਂ ਦੀ ਕੋਈ ਕਾਰਜ ਪ੍ਰਣਾਲੀ, ਉਹਨਾਂ ਦੀ ਕੋਈ ਕਾਰਵਾਈ ਕਰਨ ਦੇ ਤਰੀਕੇ, ਠੀਕ ਆ, ਯਾਨੀ ਕਿ ਉਹ ਚੀਜ਼ਾਂ ਸੇਮ ਹੋਣੀਆਂ। ਤੇ ਇਹੋ ਜਿਹੀਆਂ ਕਿਹੜੀਆਂ ਸਟੇਟ ਆ? ਗੋਆ ਤੇ ਉੱਤਰਾਖੰਡ। ਮੈਂ ਐਗਜ਼ਾਮਪਲ ਵੀ ਇਸੇ ਕਰਕੇ ਨਾਲ ਲਿਖੀ ਕਿ ਤੁਹਾਨੂੰ ਸਮਝ ਆ ਜੇ। ਗੋਆ ਤੇ ਉੱਤਰਾਖੰਡ ਦੇ ਵਿੱਚ ਕੀ ਆ? ਯੂਨੀਫਾਰਮ ਸਿਵਲ ਕੋਡ ਆ। ਤੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੌਣ ਕਰਦਾ ਵਾ? ਆਰਟੀਕਲ 44। ਆਰਟੀਕਲ 48 ਆਪਾਂ ਕਿੱਦਾਂ ਯਾਦ ਕੀਤਾ ਸੀ ਕਿ 44 ਤੋਂ ਬਾਅਦ 48 ਕਿੱਦਾਂ ਆਊਗਾ? ਸੀਰੀਅਲ ਵਾਈਜ਼ ਨਹੀਂ ਆ, ਪਰ ਮੈਂ ਯਾਦ ਕਰਨ ਦਾ ਤੁਹਾਨੂੰ ਤਰੀਕਾ ਦੱਸਿਆ ਸੀ। 4/8 ਤੇ 8/4 ਤੇ ਜਿੱਦਾਂ ਵੀ ਆ। ਠੀਕ ਆ, ਤੇ ਇਹ ਜਿਹੜਾ ਵਾ ਆਪਣਾ ਯਾਦ ਰੱਖਣ ਦਾ ਤਰੀਕਾ। ਆਰਟੀਕਲ 48 ਕੀ ਕਹਿੰਦਾ ਵਾ? ਖੇਤੀ ਅਤੇ ਪਸ਼ੂ ਪਾਲਣ ਸੰਬੰਧੀ ਸੁਧਾਰ ਕਰਨ ਬਾਰੇ, ਯਾਨੀ ਕਿ ਐਗਰੀਕਲਚਰ ਸਿਸਟਮ ਤੇ ਐਨੀਮਲ ਜਿਹੜੇ ਆਪਣੇ ਹੈਗੇ ਆ, ਆਪਣੇ ਡੋਮੈਸਟਿਕ ਐਨੀਮਲ ਆ, ਉਹਨਾਂ ਦੇ ਬਾਰੇ ਸੁਧਾਰ ਕਰਨ ਦੇ ਵਿੱਚ। ਕਿਉਂਕਿ ਸਾਡਾ ਜਿਹੜਾ ਜੇ ਆਪਾਂ ਹੁਣ ਫੋਰ ਐਗਜ਼ਾਮਪਲ ਹੁਣ ਕੱਲਾ ਪੰਜਾਬ ਨਹੀਂ, ਹੋਰ ਵੀ ਬੜੀਆਂ ਸਟੇਟ ਆ ਹਨਾ, ਜ਼ਿਆਦਾਤਰ ਪਸ਼ੂ ਜਿਹੜੇ ਆ ਪੰਜਾਬ ਦੇ ਵਿੱਚ ਪਾਲੇ ਜਾਂਦੇ ਆ ਹਨਾ। ਖੇਤੀ ਪ੍ਰਧਾਨ ਵੀ ਕਈ ਸਟੇਟ ਹੈਗੀਆਂ ਵਾ। ਠੀਕ ਆ, ਖੇਤੀ ਸੰਬੰਧੀ ਤੇ ਪਸ਼ੂ ਪਾਲਣ ਸੰਬੰਧੀ ਸੁਧਾਰ ਕਰਨ ਬਾਰੇ ਗੱਲ ਕਰਦਾ ਵਾ ਆਰਟੀਕਲ 48। 48 ਇਹ ਜਿਹੜਾ ਵਾ ਬਾਅਦ ਵਿੱਚ ਸ਼ਾਮਿਲ ਕੀਤਾ ਗਿਆ ਸੀ ਸੋਧ ਦੇ ਰਾਹੀਂ। ਠੀਕ ਆ, ਇਹ ਸੋਧ ਇੰਨੀ ਇੰਪੋਰਟੈਂਟ ਨਹੀਂ ਹੈਗੀ, ਵੈਸੇ ਮੈਂ ਸੋਧਾਂ ਵੀ ਨਾਲ ਦੀ ਨਾਲ ਕਰਵਾਉਣੀ ਨਹੀਂ ਆ। ਬਸ ਤੁਸੀਂ ਇੰਨਾ ਯਾਦ ਰੱਖਣਾ ਕਿ ਜਿਹੜਾ 48 ਆ ਵਾਤਾਵਰਣ ਦੀ ਸੁਰੱਖਿਆ ਤੇ ਜੰਗਲੀ ਜੀਵਨ ਦੀ ਸੁਰੱਖਿਆ ਦੇ ਬਾਰੇ ਗੱਲ ਕਰਦਾ ਵਾ। ਠੀਕ ਹੈ, ਇਹ ਸਾਰੇ ਇੱਕ ਹਿਸਾਬ ਦੇ ਕਰਤੱਵ ਆ ਕਿਹਨੂੰ ਸੌਂਪੇ ਗਏ ਆ? ਰਾਜ ਨੂੰ। ਇਹ ਸਾਰੇ ਕੰਮ ਕਿੰਨੇ ਕਰਨੇ ਆ? ਰਾਜ ਨੇ ਕਰਨੇ, ਸਟੇਟ ਨੇ ਕਰਨੇ, ਚਾਹੇ ਉਹ ਭਾਰਤ ਦੀ ਕੋਈ ਵੀ ਸਟੇਟ ਆ। ਠੀਕ ਆ, ਵਾਤਾਵਰਣ ਦੀ ਸੁਰੱਖਿਆ, ਜੰਗਲੀ ਜੀਵਨ ਦੀ ਸੁਰੱਖਿਆ। ਠੀਕ ਆ, ਅੱਗੇ ਆ ਗਿਆ 49 ਇਤਿਹਾਸਿਕ ਇਮਾਰਤਾਂ ਤੇ ਵਸਤਾਂ ਨੂੰ ਬਚਾਉਣ ਲਈ ਯਤਨ। ਹੁਣ ਵੇਖੋ ਵੀ ਸਾਡਾ ਇਤਿਹਾਸ ਕਿੰਨਾ, ਭਾਰਤ ਦਾ ਕਿੰਨਾ ਪੁਰਾਣਾ ਇਤਿਹਾਸ ਅਸੀਂ ਅੱਜ ਵੀ ਪੜ੍ਹਦੇ ਹਾਂ। ਕਈ ਇਤਿਹਾਸ ਸਾਡੇ ਕੋਲ ਨਸ਼ਟ ਹੋ ਗਿਆ ਹਨਾ, ਹਮਲਿਆਂ ਦੇ ਨਾਲ ਕਿੰਨਾ ਕੁਝ। ਠੀਕ ਆ, ਸੋ ਆਰਟੀਕਲ 49 ਕਹਿੰਦਾ ਵਾ ਵੀ ਇਤਿਹਾਸਿਕ ਇਮਾਰਤਾਂ ਤੇ ਵਸਤਾਂ ਨੂੰ ਬਚਾਉਣ ਦਾ ਰਾਜ ਜਿਹੜਾ ਵਾ ਉਹ ਯਤਨ ਕਰੇਗਾ। ਠੀਕ ਆ, 50 ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਨ ਦਾ ਯਤਨ। ਠੀਕ ਹੈ, ਨਿਆਂਪਾਲਿਕਾ ਤੇ ਕਾਰਜਪਾਲਿਕਾ ਜਿਹੜੀਆਂ ਵਾ ਇਹ ਸੈਪਰੇਟ ਨੇ। ਨਿਆਂਪਾਲਿਕਾ ਦਾ ਕੰਮ ਕੀ ਹੈ? ਨਿਆਂ ਕਰਨਾ, ਤੇ ਕਾਰਜਪਾਲਿਕਾ ਦਾ ਕੰਮ ਕੀ ਹੈ? ਕਾਨੂੰਨ ਨੂੰ ਲਾਗੂ ਕਰਨਾ। ਠੀਕ ਹੈ, ਕਾਰਜਪਾਲਿਕਾ ਫਿਰ ਨਿਆਂ ਥੋੜੀ ਕਰਦੀ ਆ, ਇਹ ਤਾਂ ਸਿਰਫ ਕਾਨੂੰਨ ਨੂੰ ਲਾਗੂ ਕਰਦੀ ਆ, ਪਰ ਨਿਆਂ ਕਿੰਨੇ ਕਰਨਾ ਵਾ? ਨਿਆਂਪਾਲਿਕਾ ਨੇ ਕਰਨਾ। ਤੇ ਇਹੋ ਹੀ ਚੀਜ਼ ਦਾ ਡਿਫਰੈਂਸ ਜਿਹੜਾ ਕ੍ਰੀਏਟ ਕਰਦੀ ਆ। ਠੀਕ ਆ, ਤੇ ਇਹ ਆਰਟੀਕਲ 50 ਸਾਨੂੰ ਦੱਸਦਾ ਵਾ
ਵੀ ਇਹ ਵੱਖ ਨੇ ਤੇ ਉਹਨਾਂ ਨੂੰ ਵੱਖ ਕਰਨ ਦਾ ਇਹ ਯਤਨ ਕਰਦਾ ਵਾ। ਇਹ ਸੀ ਸਾਡੇ ਸਧਾਰਨ ਸਿਧਾਂਤ। ਅੱਗੇ ਮੂਵ ਕਰਦੇ ਆਪਾਂ ਸਮਾਜਵਾਦੀ ਸਿਧਾਂਤਾਂ ਤੇ। ਸਮਾਜਵਾਦੀ ਸਿਧਾਂਤ ਅਗਲਾ ਕਿਹੜਾ ਸੀ? ਅਗਲੀ ਕੈਟਾਗਰੀ ਸਾਡੇ ਕੋਲ ਕਿਹੜੀ ਸੀ? ਸਮਾਜਵਾਦੀ ਸਿਧਾਂਤ ਦੂਜੇ ਨੰਬਰ ਵਾਲਾ। ਠੀਕ ਹੈ, ਇਹਦੇ ਵਿੱਚ ਵੀ ਆਰਟੀਕਲ ਜਿਹੜੇ ਮੈਂ ਤੁਹਾਨੂੰ ਦੱਸਤਾ ਸੀ ਵੀ ਕਿਵੇਂ ਯਾਦ ਰੱਖਣੇ ਆ। 38 ਆਰਟੀਕਲ ਜਿਹੜਾ 38 ਆ ਇਹਦੇ ਵਿੱਚ ਕੀ ਆ? ਜਨ ਕਲਿਆਣ ਦਾ ਵਿਕਾਸ ਯਾਨੀ ਕਿ ਸਮਾਜਿਕ ਆਰਥਿਕ ਰਾਜਨੀਤਿਕ ਨਿਆਂ। ਸਮਾਜਵਾਦੀ ਸ਼ਬਦ ਹੀ ਸਾਨੂੰ ਕੀ ਦੱਸ ਰਿਹਾ ਵਾ ਕਿ ਇਹਦੇ ਵਿੱਚ ਸਮਾਜ ਦੇ ਕਲਿਆਣ ਬਾਰੇ ਗੱਲ ਹੋਊਗੀ। ਸਮਾਜ ਵਿੱਚ ਰਹਿੰਦਿਆਂ ਹੋਇਆਂ ਮਨੁੱਖਾਂ ਦੀਆਂ ਲੋੜਾਂ, ਉਹਨਾਂ ਦਾ ਸਾਰਾ ਕੁਝ ਇਹਦੇ ਵਿੱਚ ਗੱਲ ਹੋਊਗੀ। ਠੀਕ ਹੈ, ਦੇਖੋ ਜਨ ਕਲਿਆਣ ਦਾ ਮਤਲਬ ਸਮਝਦੇ ਹੋ ਨਾ? ਠੀਕ ਆ, ਕਿ ਸਮਾਜ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਸਮਾਜਿਕ ਨਿਆਂ ਮਿਲੇ, ਆਰਥਿਕ ਨਿਆਂ ਮਿਲੇ, ਰਾਜਨੀਤਿਕ ਨਿਆਂ ਮਿਲੇ। ਕਲੀਅਰ? ਉਸ ਤੋਂ ਬਾਅਦ ਆ ਜਾਂਦਾ ਵਾ 38B। 38B ਜਿਹੜਾ ਵਾ ਆਮਦਨ ਦੀਆਂ ਅਸਮਾਨਤਾਵਾਂ ਨੂੰ ਖਤਮ ਕਰਨਾ। ਠੀਕ ਆ, ਮਤਲਬ ਕਿ ਬਰਾਬਰ ਕੰਮ ਲਈ ਬਰਾਬਰ ਤਨਖਾਹ। ਠੀਕ ਹੈ, ਇਹ ਨਿਯਮ ਇਹ ਤੇ ਲਾਗੂ ਹੁੰਦਾ ਵਾ। ਬਰਾਬਰ ਕੰਮ ਦੀ ਬਰਾਬਰ ਤਨਖਾਹ ਸਾਰਿਆਂ ਨੂੰ ਮਿਲ ਵੀ ਰਹੀ ਆ ਜਾਂ ਨਹੀਂ ਮਿਲ ਰਹੀ, ਇਹਦੀਆਂ ਅਸਮਾਨਤਾਵਾਂ ਨੂੰ ਖਤਮ ਕਰਨਾ ਇਹ ਕਿਹਦਾ ਫਰਜ਼ ਹੈ? ਸਟੇਟ ਦਾ, ਰਾਜ ਦਾ ਫਰਜ਼ ਆ। 39 ਆਰਟੀਕਲ 39 ਇੰਪੋਰਟੈਂਟ ਨਹੀਂ ਹੈਗਾ, ਇਸ ਕਰਕੇ ਮੈਂ ਨਹੀਂ ਕਰਾਇਆ, ਇਹ ਪੁੱਛਿਆ ਨਹੀਂ ਜਾਂਦਾ। ਠੀਕ ਹੈ, ਪਰ 39A ਜਿਹੜਾ ਕਿ ਇੱਕ ਸੋਧ ਦੇ ਨਾਲ ਆਇਆ ਵਾ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਮੈਂ ਲਿਖਿਆ ਵੀ ਹੋਇਆ ਵਾ, ਕਾਨੂੰਨ ਪ੍ਰਣਾਲੀ ਅਨੁਸਾਰ ਨਿਆਂ। ਯਾਨੀ ਕਿ ਇਹ ਸਾਨੂੰ ਕੀ ਦੱਸਦਾ ਵਾ ਵੀ ਕਾਨੂੰਨ ਵਿਵਸਥਾ ਜਿਸ ਤਰੀਕੇ ਦੇ ਨਾਲ ਬਣਾਈ ਗਈ ਆ ਕਿ ਉਸ ਤਰੀਕੇ ਦੇ ਨਾਲ ਨਿਆਂ ਮਿਲ ਵੀ ਰਿਹਾ ਜਾਂ ਨਹੀਂ ਮਿਲ ਰਿਹਾ। ਯਾਨੀ ਕਿ ਕਾਨੂੰਨ ਪ੍ਰਣਾਲੀ ਜਾਂ ਕਾਨੂੰਨ ਵਿਵਸਥਾ ਦੇ ਅਕੋਰਡਿੰਗ ਨਿਆਂ ਮਿਲਣਾ। ਆਰਟੀਕਲ 39A ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਆਰਟੀਕਲ 41 ਕੀ ਕਹਿੰਦਾ ਵਾ? ਵਿਦਿਆ, ਬੇਰੁਜ਼ਗਾਰੀ, ਬੁਢਾਪਾ, ਬਿਮਾਰੀਆਂ ਤੇ ਸਰਵਜਨਕ ਸਹਾਇਤਾ ਦੇਣ ਦੀ ਵਿਵਸਥਾ। ਜਿਵੇਂ ਬੁਢਾਪਾ ਪੈਨਸ਼ਨ ਆਉਂਦੀ ਆ, ਵਿਧਵਾ ਪੈਨਸ਼ਨ ਆਉਂਦੀ ਆ। ਠੀਕ ਆ, ਸਰਕਾਰੀ ਹਸਪਤਾਲਾਂ 'ਚ ਜਿਹੜੇ ਫ੍ਰੀ ਇਲਾਜ ਹੁੰਦੇ ਆ। ਠੀਕ ਆ, ਇਹ ਹੋਰ ਜਿਹੜੇ ਸਰਵਜਨਿਕ ਜਿਹੜੀਆਂ ਸਾਨੂੰ ਸਹੂਲਤਾਂ ਮਿਲਦੀਆਂ, ਇਹ ਸਾਰਾ ਕੁਝ ਕਿਹੜਾ ਆਰਟੀਕਲ ਕਵਰ ਕਰਦਾ ਵਾ? ਆਰਟੀਕਲ 41 ਕਵਰ ਕਰਦਾ ਵਾ। ਠੀਕ ਆ, ਆਰਟੀਕਲ 42 ਜਿੰਨੀ ਡਿਟੇਲ ਦੇ ਨਾਲ ਆਰਟੀਕਲ ਮੈਂ ਕਰਵਾ ਰਹੀ ਹਾਂ ਤੁਹਾਨੂੰ ਕਿਸੇ ਚੈਨਲ ਤੇ ਨਹੀਂ ਮਿਲਣੇ, ਉਹ ਵੀ ਫ੍ਰੀ ਦੇ ਵਿੱਚ। ਠੀਕ ਆ, ਆਰਟੀਕਲ 42 ਜਣੇਪੇ ਦੀ ਸਹਾਇਤਾ। ਹੁਣ ਬਹੁਤ ਸਾਰੇ ਜਿਹੜੀਆਂ ਐਜੂਕੇਟਡ ਨੇ ਜਿਹੜੇ ਹਨਾ, ਉਹਨਾਂ ਨੂੰ ਜਣੇਪੇ ਦਾ ਨਹੀਂ ਪਤਾ ਹੋਊਗਾ। ਹੁਣ ਜਿਹੜੀਆਂ ਗਵਰਨਮੈਂਟ ਸਰਵਿਸ ਕਰਦੀਆਂ ਨਾ ਲੇਡੀਜ਼, ਠੀਕ ਆ, ਜਿਹੜੀਆਂ ਗਵਰਨਮੈਂਟ ਜੌਬ ਕਰਦੀਆਂ ਉਹ ਲੇਡੀਜ਼ ਕਿਸੇ ਵੀ ਫੀਲਡ ਦੇ ਵਿੱਚ, ਠੀਕ ਆ, ਯਾਨੀ ਕਿ ਉਹਨਾਂ ਨੂੰ ਉਹਨਾਂ ਦੀ ਪ੍ਰੈਗਨੈਂਸੀ ਦੇ ਟਾਈਮ ਤੇ ਕੀ ਹੁੰਦਾ ਵਾ, ਉਹਨਾਂ ਨੂੰ ਸਹਾਇਤਾ ਤਾਂ ਦਿੱਤੀ ਜਾਂਦੀ ਆ ਨਾ। ਠੀਕ ਆ, ਪਰ ਜਿਵੇਂ ਮੈਟਰਨਿਟੀ ਲੀਵ ਹੋ ਗਿਆ, ਜਿਹਨੂੰ ਤੁਸੀਂ ਕਹਿ ਦਿੰਦੇ ਮੈਟਰਨਿਟੀ ਲੀਵ ਮਿਲਦੀ ਆ ਨਾ, ਮੈਟਰਨਿਟੀ ਲੀਵ ਜਿਹੜੀ ਆ ਉਹ ਕਿਹੜੇ ਆਰਟੀਕਲ ਦੇ ਤਹਿਤ ਮਿਲਦੀ ਆ? ਆਰਟੀਕਲ 42। ਠੀਕ ਆ, ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਆ ਤਾਂ ਉਹਨੂੰ ਛੁੱਟੀਆਂ ਮਿਲਦੀਆਂ ਨਾ, ਜਿਹਨੂੰ ਅਸੀਂ ਮੈਟਰਨਿਟੀ ਲੀਵ ਕਹਿ ਦਿੰਦੇ ਆ। ਠੀਕ ਆ, ਜਣੇਪੇ ਦੀ ਹੋਰ ਵੀ ਸਹਾਇਤਾ, ਜਿੱਦਾਂ ਹੁਣ ਸਰਕਾਰੀ ਕਿਸੇ ਪ੍ਰੈਗਨੈਂਟ ਲੇਡੀ ਦੀ ਜਦੋਂ ਡਿਲੀਵਰੀ ਹੁੰਦੀ ਆ ਕਿਸੇ ਸਰਕਾਰੀ ਹਸਪੀਟਲ ਦੇ ਵਿੱਚ, ਤਾਂ ਉਹ ਪੈਸੇ ਜਣੇਪੇ ਵਾਲੇ ਪੈਸੇ ਵੀ ਆਉਂਦੇ ਆ। ਠੀਕ ਆ, ਪਤਾ ਹੋਊਗਾ ਬਹੁਤ ਸਾਰੇ ਪਿੰਡਾਂ ਵਾਲੀਆਂ ਕੁੜੀਆਂ ਨੂੰ, ਲੇਡੀਜ਼ ਨੂੰ। ਠੀਕ ਆ, ਉਹ ਆਰਟੀਕਲ ਕਿਹੜੇ ਤਹਿਤ ਆਉਂਦਾ ਵਾ? 42 ਦੇ। ਤਾਂ ਮੇ ਵੀ ਸ਼ਾਇਦ 5000 ਆਉਂਦਾ ਵਾ, ਹਨਾ, ਪਤਾ ਨਹੀਂ, ਐਵੇਂ ਜੇ ਕੁਛ ਇੰਨੇ ਕੁ ਪੈਸੇ ਆਉਂਦੇ ਆ। ਉਹ ਸਾਰਾ ਕੁਝ ਕਿਹੜੇ ਆਰਟੀਕਲ ਦੇ ਤਹਿਤ ਆਉਂਦਾ ਵਾ? ਆਰਟੀਕਲ 42 ਦੇ ਤਹਿਤ ਆਉਂਦਾ ਵਾ। ਠੀਕ ਆ, ਆਰਟੀਕਲ 43 ਖੇਤੀਬਾੜੀ ਅਤੇ ਹੋਰ ਉਦਯੋਗਾਂ ਵਿੱਚ ਕਿਰਤੀਆਂ ਦੇ ਚੰਗੇ ਵੇਤਨ ਬਾਰੇ। ਹੁਣ ਖੇਤੀਬਾੜੀ ਦੇ ਕੰਮ ਲਈ ਵੀ ਸਾਨੂੰ ਕਿਹਦੀ ਜ਼ਰੂਰਤ ਪੈਂਦੀ ਆ? ਸਾਨੂੰ ਲੇਬਰ ਦੀ ਜ਼ਰੂਰਤ ਪੈਂਦੀ, ਮਜ਼ਦੂਰਾਂ ਦੀ ਲੋੜ ਪੈਂਦੀ ਆ। ਠੀਕ ਆ, ਤੇ ਉਦਯੋਗਾਂ ਦੇ ਵਿੱਚ ਵੀ ਸਾਨੂੰ ਮਜ਼ਦੂਰਾਂ ਦੀ, ਲੇਬਰ ਦੀ ਲੋੜ ਪੈਂਦੀ। ਉਦਯੋਗ ਜਿਹੜੇ ਉਹਨਾਂ ਤੋਂ ਬਿਨਾਂ ਚੱਲ ਹੀ ਨਹੀਂ ਸਕਦੇ। ਆਰਟੀਕਲ 43 ਤੇ 43A ਨੂੰ ਆਪਾਂ ਇਕੱਠਾ ਹੀ ਪੜ੍ਹ ਲੈਂਦੇ ਆ। 43 ਦੇ ਵਿੱਚ ਖੇਤੀਬਾੜੀ ਦੇ ਵਿੱਚ ਤੇ ਉਦਯੋਗਾਂ ਦੇ ਵਿੱਚ ਜਿੰਨੇ ਵੀ ਕਿਰਤੀ ਹੁੰਦੇ ਕੰਮ, ਉਹ ਕਿਰਤੀ ਕਹਿ ਸਕਦੇ ਆ, ਮਜ਼ਦੂਰ ਕਹਿ ਸਕਦੇ ਆ, ਲੇਬਰ ਕਹਿ ਸਕਦੇ ਆ। ਠੀਕ ਆ, ਉਹਨਾਂ ਦੇ ਚੰਗੇ ਵੇਤਨ ਬਾਰੇ, ਉਹਨਾਂ ਦੀ ਚੰਗੀ ਤਨਖਾਹ ਦੀ ਗੱਲ ਕਰਦਾ ਵਾ। ਠੀਕ ਆ, ਤੇ 43A ਜਿਹੜਾ ਸੋਧ ਦੇ ਨਾਲ ਜੋੜਿਆ ਗਿਆ, ਇਹ ਕਹਿੰਦਾ ਵੀ ਉਦਯੋਗਾਂ ਵਿੱਚ ਕਿਰਤੀਆਂ ਦੀਆਂ ਸਹਿਭਾਗਤਾ ਬਾਰੇ। ਯਾਨੀ ਕਿ ਇਹ ਨਾ ਹੋਵੇ ਵੀ ਜੇ ਕੋਈ ਉਦਯੋਗ ਚੱਲ ਰਿਹਾ ਵਾ ਤੇ ਉਹਦੇ ਵਿੱਚ ਮਸ਼ੀਨਾਂ ਹੀ ਲਾਈ ਜਾਂਦੇ ਆ ਤੇ ਕਿਰਤੀਆਂ ਨੂੰ ਕੰਮ ਨਹੀਂ ਮਿਲ ਰਿਹਾ, ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ। ਯਾਨੀ ਕਿ ਉਦਯੋਗਾਂ ਦੇ ਵਿੱਚ ਵੱਧ ਤੋਂ ਵੱਧ ਲੇਬਰ ਦੀ, ਮਜ਼ਦੂਰਾਂ ਦੀ, ਕਿਰਤੀਆਂ ਦੀ ਸਹਿਭਾਗਤਾ ਹੋਣੀ ਚਾਹੀਦੀ ਆ, ਕਿਉਂਕਿ
ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ ਵੀ 43 ਇਹਨਾਂ ਨੇ ਕਿਉਂ ਜੋੜਿਆ ਗਿਆ ਸੀ, ਮਿਲਦਾ ਜੁਲਦਾ ਤੇ ਹੈਗਾ, ਫਿਰ ਕਿਉਂ ਸੋਧ ਦੇ ਨਾਲ ਜੋੜਿਆ? ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲਿਆ ਹਨਾ, ਮਸ਼ੀਨੀਕਰਨ ਵੱਧਦਾ ਗਿਆ, ਉਦਯੋਗ ਜਿਹੜੇ ਆ ਜ਼ਿਆਦਾਤਰ ਮਸ਼ੀਨਾਂ ਨਾਲ ਚੱਲਣ ਲੱਗ ਗਏ, ਕਿੰਨੀ ਟੈਕਨੋਲੋਜੀ ਆ ਗਈ, ਤੇ ਉਹਦੇ ਨਾਲ ਜਿਹੜੇ ਮਜ਼ਦੂਰ ਹੀ ਵਿਚਾਰੇ ਉਹ ਵਿਹਲੇ ਰਹਿਣ ਲੱਗ ਗਏ, ਭੁੱਖੇ ਮਰਨ ਲੱਗ ਗਏ। ਠੀਕ ਆ, ਤੇ ਆਰਟੀਕਲ 43 ਇਹ ਫਿਰ ਇਹਨਾਂ ਨੇ ਸੋਧ ਦੇ ਨਾਲ ਲਿਆਂਦਾ, ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਉਦਯੋਗਾਂ ਵਿੱਚ ਕਿਰਤੀਆਂ ਦੀ ਸਹਿਭਾਗਤਾ, ਵੀ ਉਦਯੋਗਾਂ ਵਿੱਚ ਵੱਧ ਤੋਂ ਵੱਧ ਜਿਹੜੇ ਆ ਕਿਰਤੀ ਹੋਣੇ ਚਾਹੀਦੇ ਆ, ਇਹ ਇਹਨਾਂ ਨੇ ਲਾਜ਼ਮੀ ਕਰਤਾ ਸੀ। ਕਲੀਅਰ? ਇਸ ਕਰਕੇ ਇਹ ਜਿਹੜਾ ਵਾ ਇੰਪੋਰਟੈਂਟ ਤਾਂ ਫਿਰ ਬਣ ਹੀ ਜਾਂਦਾ ਵਾ। ਆਰਟੀਕਲ 45 ਜਿਹੜਾ ਵਾ 10 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦੀ ਗੱਲ ਕਰਦਾ ਵਾ। ਜਦੋਂ ਮੈਂ ਤੁਹਾਨੂੰ ਮੌਲਿਕ ਅਧਿਕਾਰ ਕਰਵਾਏ ਸੀ, ਉਹਦੇ ਵਿੱਚ ਮੈਂ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਉਹਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਮੁਫਤ ਤੇ ਲਾਜ਼ਮੀ ਸਿੱਖਿਆ ਦੀ। ਉਹਦਾ ਆਰਟੀਕਲ ਮੈਨੂੰ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਵਾ, ਕਿਉਂਕਿ ਮੈਂ ਮੌਲਿਕ ਅਧਿਕਾਰ ਬਹੁਤ ਹੀ ਡਿਟੇਲ ਦੇ ਨਾਲ ਕਰਵਾਏ ਆ। ਠੀਕ ਆ, ਤੇ ਉਹ ਵੀ ਤੁਸੀਂ ਮੈਨੂੰ ਬਹੁਤ ਹੀ ਡਿਟੇਲ ਦੇ ਨਾਲ ਆਨਸਰ ਕਰਨਾ ਵਾ। ਸੋ 45 ਆਰਟੀਕਲ ਜਿਹੜਾ ਵਾ 10 ਤੋਂ 14, ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਨਾ, ਉਦੋਂ ਦੀ ਆ ਇਹ ਚੀਜ਼ ਵੀ 10ਵੀਂ ਤੋਂ 10ਵੀਂ ਨਹੀਂ 10 ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕਰੇਗਾ ਰਾਜ, ਸਟੇਟ, ਕਿਉਂਕਿ ਆਪਾਂ ਕੀ ਕਰ ਰਹੇ ਹਾਂ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਆਰਟੀਕਲ 47 ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਕਦਮ। ਵੈਰੀ ਸਿੰਪਲ, ਇੰਨਾ ਇੰਪੋਰਟੈਂਟ ਨਹੀਂ ਹੈਗਾ ਵੀ ਲੋਕ ਸਾਰਿਆਂ ਦਾ ਜੀਵਨ ਪੱਧਰ ਜਿਹੜਾ ਉੱਚਾ ਹੋਵੇ, ਉਹਦੇ ਲਈ ਕਦਮ ਜਿਹੜੇ ਆ ਵੱਧ ਤੋਂ ਵੱਧ ਵਧੀਆ ਕਦਮ ਚੁੱਕੇ ਜਾਣਗੇ। ਆਰਟੀਕਲ 47 ਗੱਲ ਕਰਦਾ, ਇਹ ਸੀ ਸਾਡੇ ਸਮਾਜਵਾਦੀ ਸਿਧਾਂਤ। ਸਮਾਜਵਾਦੀ ਸਿਧਾਂਤ ਤੋਂ ਯਾਦ ਰੱਖਿਓ ਵੀ ਸਮਾਜ ਵਿੱਚ ਰਹਿੰਦੇ ਹੋਇਆ ਹਰੇਕ ਮਨੁੱਖ ਦੇ ਵਿਕਾਸ ਦੇ ਬਾਰੇ ਗੱਲ ਕਰਦੇ ਆ। ਜਿੰਨੇ ਵੀ ਸਮਾਜਵਾਦੀ ਸਿਧਾਂਤ ਆ, ਅੱਗੇ ਸਾਡੇ 3 ਹੀ ਬਚੇ ਨੇ, ਗਾਂਧੀਵਾਦੀ ਸਿਧਾਂਤ ਤੇ ਅੰਤਰਰਾਸ਼ਟਰਵਾਦੀ ਸਿਧਾਂਤ। ਗਾਂਧੀਵਾਦੀ ਸਿਧਾਂਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ 2 ਹੀ ਆਰਟੀਕਲ ਆਉਂਦੇ ਆ, 40 ਤੇ 43। ਠੀਕ ਆ, ਜਿਹੜਾ ਆਰਟੀਕਲ 40 ਆ ਇਹ ਗੱਲ ਕਰਦਾ ਵਾ ਪਿੰਡ ਦੀਆਂ ਪੰਚਾਇਤਾਂ ਨੂੰ ਸੰਗਠਿਤ ਰੂਪ ਵਿੱਚ ਕੰਮ ਕਰਨ ਦੀ ਸੱਤਾ ਦੇਣ ਸੰਬੰਧੀ, ਯਾਨੀ ਕਿ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਵਾ, ਠੀਕ ਆ, ਜਿੱਦਾਂ ਮੰਨ ਲਓ ਵੀ 2 ਪਿੰਡ ਦੀਆਂ ਪੰਚਾਇਤਾਂ ਇਕੱਠੀਆਂ ਹੋ ਜਾਣ ਤੇ ਇਹ ਆਪਣਾ ਇੱਕ ਸੰਗਠਨ ਬਣਾ ਕੇ ਆਪਣੇ ਪਿੰਡ ਦਾ ਵਿਕਾਸ ਕਰ ਸਕਦੀਆਂ। ਇਸ ਚੀਜ਼ ਦੀ ਸੱਤਾ ਉਹਨਾਂ ਨੂੰ ਮਿਲ ਸਕਦੀ ਆ ਸਟੇਟ ਵੱਲੋਂ, ਰਾਜ ਵੱਲੋਂ। ਇਹਦੇ ਬਾਰੇ ਯਤਨ ਕਰਦਾ ਵਾ। ਠੀਕ ਆ, ਰਾਜ ਕਰਦਾ ਵਾ। ਠੀਕ ਆ, ਆਰਟੀਕਲ 40 ਕਹਿੰਦਾ ਇਹ ਚੀਜ਼ ਤੁਸੀਂ ਯਾਦ ਰੱਖਣਾ। ਠੀਕ ਆ, ਜਾਂ ਵੈਰੀ ਸਿੰਪਲ, ਪਿੰਡ ਦੀਆਂ ਪੰਚਾਇਤਾਂ, ਬਸ ਪਿੰਡ ਦੀਆਂ ਪੰਚਾਇਤਾਂ ਬਾਰੇ ਇੰਨਾ ਤੁਸੀਂ ਯਾਦ ਰੱਖ ਲਿਓ। ਆਰਟੀਕਲ 40 ਗਾਂਧੀਵਾਦੀ ਸਿਧਾਂਤ ਗੱਲ ਕਰਦਾ ਇਹਦੇ ਬਾਰੇ। ਠੀਕ ਆ, ਉਸ ਤੋਂ ਬਾਅਦ ਆ ਜਾਂਦਾ ਵਾ 43 SC ST ਯਾਨੀ ਕਿ ਅਨੁਸੂਚਿਤ ਜਾਤੀਆਂ, ਜਨਜਾਤੀਆਂ, ਜਿਹੜੀਆਂ ਉਹ ਜਿਹੜੇ ਵਰਗ ਆ, ਉਹਨਾਂ ਦੇ ਵਿਦਿਅਕ ਤੇ ਆਰਥਿਕ ਹਿੱਤਾਂ ਦੀ ਰੱਖਿਆ ਵਾਸਤੇ ਯਤਨ ਕਰਨੇ, ਯਾਨੀ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਐਜੂਕੇਸ਼ਨ ਦੀਆਂ ਸਹੂਲਤਾਂ ਹੋ ਗਈਆਂ, ਫਾਈਨੈਂਸ਼ੀਅਲ ਸਹੂਲਤਾਂ ਜਿਹੜੀਆਂ, ਉਹਨਾਂ ਦੇ ਬਾਰੇ ਯਤਨ ਕਰੇਗਾ। ਆਰਟੀਕਲ 43 ਗੱਲ ਕਰਦਾ। ਠੀਕ ਆ, ਉਸ ਤੋਂ ਬਾਅਦ ਆ ਗਿਆ ਸੀ ਸਾਡਾ ਚੌਥਾ ਲਾਸਟ ਅੰਤਰਰਾਸ਼ਟਰੀਵਾਦੀ ਸਿਧਾਂਤ। ਇਹਦੇ ਵਿੱਚ ਇੱਕ ਹੀ ਆਰਟੀਕਲ ਸਾਡਾ ਆਉਂਦਾ ਸੀ, ਆਰਟੀਕਲ 51। ਤੇ ਬਸ ਤੁਸੀਂ ਯਾਦ ਰੱਖਣਾ ਵਾ ਸਿਰਫ ਆਰਟੀਕਲ 51 ਕਿਹਦਾ ਵਾ, ਅੰਤਰਰਾਸ਼ਟਰੀਵਾਦੀ ਸਿਧਾਂਤ ਦਾ। ਤੇ ਇਹਦੇ ਵਿੱਚ ਆਉਣਾ ਕੀ ਆ, ਅੰਤਰਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ। ਇਹ ਕਿਹਦੇ ਵਿੱਚ ਆਊਗਾ, ਬਸ ਇੱਥੋਂ ਯਾਦ ਰੱਖ ਲਓ ਵੀ ਅੰਤਰਰਾਸ਼ਟਰੀ ਸੁਰੱਖਿਆ ਸ਼ਾਂਤੀ ਕਿਹਦੇ ਵਿੱਚ ਆਊਗਾ, ਅੰਤਰਰਾਸ਼ਟਰੀਵਾਦੀ ਸਿਧਾਂਤ ਦੇ ਵਿੱਚ। ਤੇ ਇਹਦਾ ਆਰਟੀਕਲ ਕੀ ਆ, 51। ਬਸ ਇਹਦਾ ਕੱਲਾ ਆਰਟੀਕਲ ਯਾਦ ਰੱਖਿਓ, ਬਾਕੀ ਆ ਤਾਂ ਤੁਹਾਨੂੰ ਯਾਦ ਰਹਿ ਹੀ ਜਾਣਾ ਵਾ। ਸੋ ਇਹ ਸੀ ਸਾਡੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੇ ਬਹੁਤ ਹੀ ਡਿਟੇਲ ਦੇ ਵਿੱਚ ਜਾ ਕੇ ਮੈਂ ਕਰਵਾਏ ਆ। ਇਹਦੋਂ ਜ਼ਿਆਦਾ ਡਿਟੇਲ ਹੋਰ ਤੁਹਾਨੂੰ ਕਿਤੇ ਵੀ ਕਿਸੇ ਵੀ ਚੈਨਲ ਤੇ ਨਹੀਂ ਮਿਲਣੀ। ਤੇ ਜਿਹੜੇ ਬੱਚੇ ਘੱਟ ਵਿਊ ਵੇਖ ਕੇ ਜਾਂ ਘੱਟ ਸਬਸਕ੍ਰਾਈਬਰ ਵੇਖ ਕੇ ਭੱਜ ਜਾਂਦੇ ਆ, ਉਹਨਾਂ ਦਾ ਨੁਕਸਾਨ ਹੋਣਾ, ਕਿਉਂਕਿ ਮੈਂ ਬੜੀ ਵਾਰੀ ਦੱਸ ਚੁੱਕੀ ਆ ਵੀ ਮੈਨੂੰ ਸਿਰਫ ਅਜੇ ਮਹੀਨਾ ਹੋਇਆ ਚੈਨਲ ਬਣਾਏ ਨੂੰ। ਠੀਕ ਆ, ਹੌਲੀ ਹੌਲੀ ਪਤਾ ਲੱਗੂਗਾ, ਬੱਚਿਆਂ ਨੂੰ ਤੁਸੀਂ ਸ਼ੇਅਰ ਕਰੋਗੇ ਤਾਂ ਪਤਾ ਲੱਗੂਗਾ। ਸੋ ਇੰਨਾ ਸੋਹਣਾ ਕੰਟੈਂਟ ਜਿਹੜਾ ਵਾ ਫ੍ਰੀ ਦੇ ਵਿੱਚ ਤੁਹਾਨੂੰ ਕਿਤੇੋਂ ਵੀ ਨਹੀਂ ਮਿਲਣਾ। ਦੱਬ ਕੇ ਕਲਾਸ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਸੋਹਣੇ ਸੋਹਣੇ ਕਮੈਂਟ ਕਰ ਦਿਓ। ਐਜੂਕੇਸ਼ਨ ਸਿਸਟਮ ਦੀ ਗੱਲ ਤੇ ਬੱਚਿਆਂ ਨੂੰ ਫ੍ਰੀ ਮੁਫਤ ਤੇ ਲਾਜ਼ਮੀ ਸਿੱਖਿਆ ਦੀ ਗੱਲ ਕਿਹੜੇ ਆਰਟੀਕਲ ਕਰਦੇ ਆ। ਠੀਕ ਆ, ਮੌਲਿਕ ਅਧਿਕਾਰਾਂ ਦੇ ਵਿੱਚ ਵੀ ਇਹਦੇ ਬਾਰੇ ਗੱਲ ਕੀਤੀ ਗਈ ਤੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਵੀ ਇਹਦੇ ਬਾਰੇ ਗੱਲ ਕੀਤੀ ਗਈ ਆ। ਇਹਦੇ ਬਾਰੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਵਾ, ਆਨਸਰ ਕਰਨਾ ਵਾ ਇਸ ਚੀਜ਼ ਦਾ, ਕਿਉਂਕਿ ਮੈਨੂੰ ਇਹਦੇ ਨਾਲ ਪਤਾ ਲੱਗ ਜੂ ਵੀ ਹਾਂ ਤੁਸੀਂ ਮੇਰੀ ਕਲਾਸਾਂ ਜਿਹੜੀਆਂ ਵਾ ਵਾਕਈ ਡਿਟੇਲ ਦੇ ਨਾਲ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਹੋ। ਸੋ ਬਣੇ ਰਹੋ ਮੇਰੇ ਇਸ ਚੈਨਲ ਦੇ ਨਾਲ।
ਤੇ ਵੱਧ ਤੋਂ ਵੱਧ ਬੱਚੇ ਆ ਜਿਹੜੇ ਉਹ ਆਪਾਂ ਚੈਨਲ ਤੇ ਲਿਆਈਏ ਤਾਂ ਕਿ ਸਾਰਿਆਂ ਦਾ ਫਾਇਦਾ ਹੋ ਚੱਕੇ। ਫ੍ਰੀ ਦਾ ਲੰਗਰ ਆ ਤੇ ਸਾਰੇ ਜਿਹੜਾ ਵਾ ਛਕ ਸਕਣ। ਠੀਕ ਹੈ, ਸੋ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਮੈਂ ਹੁਣ ਪੀ ਲਾਂ ਚਾਹ ਤੇ ਤੁਸੀਂ ਇਹਨਾਂ ਦੇ ਬਣਾ ਲਓ ਸੋਹਣੇ ਸੋਹਣੇ ਨੋਟਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।